मूर्ति किसकी है आपको पता? भगत सिंह जी की। भगत सिंह जी। भगत सिंह जी की। भगत सिंह जी कौन थे पता है आपको? नहीं पता। ये पार्क में बड़ी गंदगी है, इसका जिम्मेदार कौन लगता है? साफ सफाई पालिका के लगते हैं, नगर पालिका के लगते हैं, कोई सफाई करने नहीं। जो स्टैचू लगा हुआ छोटा सा जिससे पता भी नहीं लग पाता है कि आप किसी को पता भी नहीं चल पाता है, छोटी मूर्ति है, बड़ी होनी चाहिए, बच्चों को भी पता चले, सबको पता चले। सबसे पुराना जब से रुद्रपुर बसा है तब से शहर का एकमात्र भगत सिंह चौक इसका नाम रखा गया है और इसको साफ सुथरा होना चाहिए। कल के लोग आएंगे, फूल माला लेके आएंगे, अपनी पब्लिसिटी करेंगे, अपना फोटो खिंचाएंगे और उसके बाद चले जाएंगे। 365 दिन उसके बाद उसका ध्यान नहीं देते हैं, कभी भी उसकी तरफ पलट के देखते नहीं। मेरे ख्याल से ये जो भी हमारे क्रांतिकारी भाई या शहीद हुए हैं उनका अपमान है एक तरीके। ਇੰਨੀ ਵੱਡੀ ਸ਼ਹੀਦੀ ਹੋਈ ਆ ਤੇ ਅੱਜ ਅਸੀਂ ਉਹਨਾਂ ਦੀ ਮੂਰਤੀਆਂ ਦੀ ਸਾਨੂੰ ਉਹ ਕਦਰ ਕਰਨੀ ਚਾਹੀਦੀ ਜੋ ਇੱਕ ਸੂਰਮਿਆਂ ਦੀ ਹੁੰਦੀ ਹੈ ਕਦਰ, ਉਹ ਸਾਨੂੰ ਇੱਕ ਸ਼ਹੀਦਾਂ ਦੀ ਕਦਰ ਕਰਨੀ ਚਾਹੀਦੀ ਹੈ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਪਾਰਕ ਹੈ, ਇਹ ਵਧੀਆ ਹੋਣਾ ਚਾਹੀਦਾ, ਸਾਫ ਸੁਥਰਾ ਹੋਣਾ ਚਾਹੀਦਾ, ਦੂਰੋਂ ਹੀ ਦਿਸੇ। ਇਹ ਵੀਰ ਜੀ ਵਧੀਆ ਹੋਣਾ ਚਾਹੀਦਾ, ਇਹਦੇ ਲਈ ਸਫਾਈ ਧਾਰ ਸਮੇਂ ਰਹਿਣੀ ਚਾਹੀਦੀ ਹੈ। ਇਹ ਗੰਦਗੀ ਜਿਹੜੀ ਰਹਿੰਦੀ ਹੈ, ਸਾਫ ਸਫਾਈ ਨਹੀਂ ਰਹਿੰਦੀ, ਇਹਦਾ ਜ਼ਿੰਮੇਦਾਰ ਕਿਹਨੂੰ ਮੰਨਦੇ? ਇਹ ਤਾਂ ਜੀ ਪ੍ਰਸ਼ਾਸਨ, ਨਗਰ ਪਾਲਿਕਾ ਹੀ ਹੈ, ਸਭ ਜੋ ਕੋਈ ਕਰਦਾ ਨਹੀਂ, ਜਿਹੜਾ ਇਸ ਦੀ ਦੇਖ ਰੇਖ ਨਹੀਂ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਖ ਸੰਗਤ ਨਿਊਜ਼ ਦੇ ਵਿੱਚ। ਮੈਂ ਤੁਹਾਡਾ ਦਾਸ ਹਰਵਿੰਦਰ ਸਿੰਘ ਚਾਵਲਾ। ਸੰਗਤ ਜੀ, ਕੱਲ ਹੈਗਾ ਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਸ਼ਹਾਦਤ ਦਿਹਾੜਾ। ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਨੇ 23 ਸਾਲ ਦੀ ਉਮਰ ਦੇ ਵਿੱਚ ਇਸ ਮੁਲਕ ਦੀ ਆਜ਼ਾਦੀ ਦੇ ਲਈ ਹੱਸਦੇ ਹੱਸਦੇ ਆਪਣੀ ਸ਼ਹਾਦਤ ਦਿੱਤੀ। ਉਹ 23 ਸਾਲਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸ਼ਹੀਦ ਆਜਮ ਸਰਦਾਰ ਭਗਤ ਸਿੰਘ। ਤੇ ਕਿਉਂ ਅਸੀਂ ਇਸ ਜਗ੍ਹਾ ਮੌਜੂਦ ਹੈਗੇ ਹਾਂ, ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜਾ ਪਾਰਕ ਹੈਗਾ, ਇਹ ਹੈਗਾ ਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਪਾਰਕ। ਲੇਕਿਨ ਪਾਰਕ ਤੁਹਾਨੂੰ ਸਾਹਮਣੇ ਕੋਈ ਐਸਾ ਬੋਰਡ ਨਹੀਂ ਦਿਸ ਰਿਹਾ, ਕੋਈ ਐਸਾ ਪ੍ਰਤੀਕ ਚਿੰਨ੍ਹ ਨਹੀਂ ਨਜ਼ਰ ਆ ਰਿਹਾ ਜਿੱਥੋਂ ਪਤਾ ਲੱਗੇ ਕਿ ਇਹ ਉਸ ਮਹਾਨ ਸ਼ਹੀਦ ਦਾ ਪਾਰਕ ਹੈਗਾ ਆ ਜਿਨੇ ਇਸ ਮੁਲਕ ਦੀ ਆਜ਼ਾਦੀ ਦੇ ਖਾਤਰ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਬਹੁਤ ਵੱਡੀ ਸ਼ਹਾਦਤ ਦਿੱਤੀ ਜਿਹਦੀ ਆਪਾਂ ਕਲਪਨਾ ਵੀ ਨਹੀਂ ਸੀ ਕਰ ਸਕਦੇ, ਜਿਨ੍ਹਾਂ ਦੀ ਸ਼ਹਾਦਤਾਂ ਦੀ ਬਦੌਲਤ ਆਪਾਂ ਆਜ਼ਾਦੀ ਦਾ ਨਿੱਘ ਮਾਣਦੇ ਹਾਂ। ਸੋ ਅੱਜ ਅਸੀਂ ਪਾਰਕ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਤੇ ਮੁਹਿੰਮ ਇੱਕ ਅਸੀਂ ਸ਼ੁਰੂ ਕੀਤੀ ਹੈ ਕਿ ਇਸ ਪਾਰਕ ਨੂੰ ਜਿਹੜਾ ਹੈਗਾ ਆ ਇੱਕ ਵਧੀਆ ਰੂਪ ਦਿੱਤਾ ਜਾਏ। ਉਪੇਕਸ਼ਾ ਦਾ ਸ਼ਿਕਾਰ ਇਹ ਪਾਰਕ ਹੈਗਾ। ਆ ਤੁਸੀਂ ਦੇਖੋ ਮੇਨ ਐਂਟਰੈਂਸ ਹੈਗੀ ਹੈ, ਮੇਨ ਐਂਟਰੈਂਸ ਦੇ ਸਾਹਮਣੇ ਹੀ ਜਿਹੜਾ ਹੈਗਾ ਇਹ ਟਾਇਲਟ ਬਣਾ ਦਿੱਤੇ ਗਏ ਨੇ। ਬਹੁਤ ਬੁਰੇ ਹਾਲਾਤ ਹੈਗੇ ਨੇ ਟਾਇਲਟ ਦੇ, ਗੰਦਗੀ ਬਦਬੂ ਇੱਥੇ ਆਉਂਦੀ ਹੈ ਤੇ ਇੱਥੇ ਜਿੱਦਾਂ ਕਹਿ ਸਕਦੇ ਹਾਂ ਕਿ ਖਲੋਤਾ ਵੀ ਨਹੀਂ ਜਾਂਦਾ। ਤੇ ਤੁਸੀਂ ਦੇਖ ਰਹੇ ਹੋ ਕਿ ਇਸ ਪਾਰਕ ਦੇ ਵਿੱਚ ਆ ਮੇਨ ਐਂਟਰੈਂਸ ਹੈਗੀ ਹੈ, ਕੋਈ ਨਹੀਂ ਦਿਸਦਾ ਕਿ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਮੂਰਤੀ ਕਿੱਥੇ ਹੈਗੀ ਹੈ। ਤੁਹਾਨੂੰ ਅੱਜ ਮੈਂ ਦਿਖਾਵਾਂਗਾ ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ, ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਪਾਰਕ, ਜਿਹੜਾ ਰੁਦਰਪੁਰ ਦਾ ਸਭ ਤੋਂ ਪੁਰਾਣਾ ਪਾਰਕ ਮੰਨਿਆ ਜਾਂਦਾ ਹੈ। ਉਹਦੇ ਪਾਰਕ ਦੇ ਤੁਸੀਂ ਹਾਲਾਤ ਦੇਖ ਰਹੇ ਹੋ, ਇਹ ਦੇਖ ਰਹੇ ਹੋ ਸਾਹਮਣੇ ਕਿੰਨੀ ਗੰਦਗੀ ਹੈਗੀ ਹੈ। ਇੱਧਰ ਤੁਸੀਂ ਦੇਖੋ, ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਇੱਧਰ ਵੀ ਦਿਖਾਇਆ ਜਾਏ, ਸਾਹਮਣੇ ਸਾਰੀ ਗੰਦਗੀ, ਇੱਧਰ ਵੀ ਦਿਖਾਓ ਸਾਰੀ ਗੰਦਗੀ ਜਿਹੜੀ ਹੈਗੀ ਹੈ। ਇਹ ਪਾਰਕ ਜਦੋਂ ਜਨਮ ਦਿਨ ਜਾਂ ਸ਼ਹਾਦਤ ਦਿਵਸ ਹੁੰਦੀ ਹੈ ਉਦੋਂ ਇੱਥੇ ਕੁਝ ਜਨ ਪ੍ਰਤੀਨਿਧੀ ਆਉਂਦੇ ਨੇ ਤੇ ਇਹ ਜਿਹੜੀ ਮੂਰਤੀ ਹੈਗੀ ਹੈ ਤੁਸੀਂ ਦੇਖ ਰਹੇ ਹੋ, ਇਹ ਮੂੰਹ ਚਿੜਾ ਰਹੀ ਹੈ ਸਾਡੇ ਆਗੂਆਂ ਨੂੰ, ਸਾਡੇ ਦੇਸ਼ ਦੇ ਆਗੂਆਂ ਨੂੰ, ਜਨ ਪ੍ਰਤੀਨਿਧੀਆਂ ਨੂੰ, ਕਿ ਇਹ ਪਾਰਕ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਮੂਰਤੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਨੇ ਮੁਲਕ ਦੀ ਆਜ਼ਾਦੀ ਦੇ ਲਈ 23 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਵੱਡਾ ਬਲਿਦਾਨ ਦਿੱਤਾ। ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜਿਹਦੀ ਦੇਣ ਅਸੀਂ ਕੀ ਕੋਈ ਵੀ ਨਹੀਂ ਦੇ ਸਕਦਾ। ਇੰਨੀ ਵੱਡੀ ਮਹਾਨ ਸ਼ਹਾਦਤ, ਤੇ ਉਸ ਸ਼ਹਾਦਤ ਨੂੰ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਪਾਰਕ ਜਿਹੜਾ ਹੈ ਇਹ ਮੂੰਹ ਚਿੜਾ ਰਿਹਾ ਹੈ, ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅਪਮਾਨ ਕੀਤਾ ਜਾ ਰਿਹਾ ਉਹਦੀ ਸ਼ਹਾਦਤ ਦਾ। ਇਹ ਪਾਰਕ ਵਿੱਚ ਤੁਸੀਂ ਵੇਖੋ ਕਬਾੜ ਪਿਆ ਹੋਇਆ, ਇੱਟਾਂ ਪਈਆਂ ਹੋਈਆਂ ਨੇ। ਕੱਲ ਉਹਦੀ ਸ਼ਹਾਦਤ ਦਿਵਸ ਹੈ, ਪਾਰਕ ਵਿੱਚ ਤੁਸੀਂ ਗੰਦਗੀ ਦੇਖ ਰਹੇ ਹੋ। ਤੇ ਕੀ ਇਹ ਪਾਰਕ ਵਿੱਚ ਇਹੋ ਜਿਹੀ ਮੂਰਤੀ ਹੋਣੀ ਚਾਹੀਦੀ? ਸਾਡਾ ਇੱਕ ਮਕਸਦ ਹੈ, ਸਾਡੀ ਮੁਹਿੰਮ ਹੈ ਕਿ ਇਸ ਪਾਰਕ ਦੇ ਵਿੱਚ ਬਹੁਤ ਵੱਡੀ ਆਦਮਕਦ ਮੂਰਤੀ ਹੋਣੀ ਚਾਹੀਦੀ ਹੈ। ਜਿੱਦਾਂ ਦੇਖੋ ਤੁਸੀਂ ਇਹ ਸਾਹਮਣੇ ਫਰੰਟ ਗੇਟ ਹੈ, ਕਿਤੋਂ ਹੀ ਨਹੀਂ ਦਿਸਦਾ, ਕੋਈ ਬੋਰਡ ਨਹੀਂ ਲੱਗਾ, ਕੋਈ ਪਤਾ ਨਹੀਂ ਲੱਗਦਾ ਕਿ ਇਹ ਉਸ ਮਹਾਨ ਸ਼ਹੀਦ ਦੇ ਨਾਮ ਤੋਂ ਪਾਰਕ ਹੈ
ਜਿਨੇ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਜਾਮ ਪੀਤਾ, ਹੱਸਦੇ ਹੱਸਦੇ ਫਾਂਸੀ ਦਾ ਰਸਤਾ ਚੁੰਮਿਆ। ਸੋ ਅੱਜ ਆਪਾਂ ਗੱਲ ਕਰਾਂਗੇ ਇੱਥੇ ਦੇ ਦੁਕਾਨਦਾਰਾਂ ਤੋਂ, ਆਖਿਰ ਇਹ ਕਾਰਨ ਕੀ ਹੈ, ਕਿਉਂ ਉਪੇक्षा ਦਾ ਸ਼ਿਕਾਰ ਹੈ, ਕਿਉਂ ਉਸ ਮਹਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਨੂੰ ਕਿਉਂ ਛੋਟਾ ਕੀਤਾ ਜਾ ਰਿਹਾ। ਸਾਰੀ ਗੱਲਬਾਤ ਕਰਾਂਗੇ ਇੱਥੇ ਦੇ ਦੁਕਾਨਦਾਰਾਂ ਦੇ ਨਾਲ। ਸੋ ਪਿਆਰੇ ਦਰਸ਼ਕੋ, ਅਸੀਂ ਇੱਥੇ ਦੇ ਜਿਹੜੇ ਆਲੇ ਦੁਆਲੇ ਜਿਹੜੇ ਰਹਿੰਦੇ ਨੇ, ਭਾਵੇਂ ਬੱਚੇ ਨੇ, ਭਾਵੇਂ ਬਜ਼ੁਰਗ ਨੇ, ਭਾਵੇਂ ਦੁਕਾਨਦਾਰ ਨੇ, ਸਭ ਤੋਂ ਆਪਾਂ ਵਿਚਾਰ ਲੈਂਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਆ ਪਾਰਕ ਦੇ ਬਾਰੇ। ਆ ਇੱਕ बेटी मेरे नाल जुड़ी हुई है। बेटी क्या नाम है आपका? रिया। रिया जी, आप यहीं रहती हैं? हाँ। ये पार्क सुभाष कॉलोनी में। हाँ। ये आप भगत सिंह को जानती हैं? शहीद हाँ। है भगत सिंह। हाँ। ये पार्क उनके नाम से बना हुआ है, ये हाँ। पता है ना आपको? तो ये पार्क ऐसा होना चाहिए नहीं, और बड़ा होना चाहिए, साफ सुथरा होना हाँ। चाहिए। नहीं, जो स्टैचू लगा हुआ छोटा सा, जिससे पता भी नहीं लग पाता है कि किसी को पता भी नहीं चल पाता है, छोटी मूर्ति है, बड़ी होनी चाहिए, बच्चों को भी पता चले, सबको पता चले, बड़ी होनी चाहिए। हाँ। साफ सफाई भी होनी साफ चाहिए। सफाई भी होनी चाहिए। तो जो हमारा ये प्रोग्राम देख रहे होंगे, चाहे यहाँ के जनप्रतिनिधि होंगे, चाहे जिनके ऊपर जिम्मा रहता है शहर के वो साफ सुथरा, उनको आप क्या कहना चाहेंगे? मैं यही कहना चाहूँगी, पार्क बिल्कुल साफ सुथरा रहे, भगत सिंह की बड़ी कहते मूर्ति बने, कहते सबको पता चले, क्या बोलते हैं, ऐसा है। इतनी बड़ी शहादत दी थी हाँ, देश हाँ। के लिए। फांसी पे भी चढ़ गए तो देश फांसी पे उनको लटका दिया गया हाँ। था। खैर उन्होंने हंसते हंसते फांसी को खुद चूमा था। हाँ। इतना बहुत बड़ा बलिदान। हाँ, देश के लिए वो भी। तो आप एक दोबारा अपना मैसेज, आप क्या कहना चाहोगे यहाँ के मैं तो यही कहना चाहूँगी कि बोलते हैं पार्क बहुत बड़ा अच्छा सुथरा है, भगत सिंह की कहते मूर्ति बहुत अच्छी बने, बड़ी करके, बड़ी हो, जिससे लोगों को पता लग सके उनके बारे में। बच्चों को भी बड़ों को भी सबको पता चल सके। ਸੋ ਪਿਆਰੇ ਦਰਸ਼ਕੋ, ਮੈਂ ਹੁਣ ਜਿਹੜੇ ਪਾਰਕ ਦੇ ਨਾਲ ਜਿਹੜੇ ਦੁਕਾਨਦਾਰ ਹੈਗੇ, ਜਿਹੜੇ ਵਪਾਰੀ ਹੈਗੇ, ਆਪਾਂ ਉਹਨਾਂ ਦੇ ਵਿਚਾਰ ਲੈਣੇ ਆ, ਉਹਨਾਂ ਦਾ ਕੀ ਕਹਿਣਾ ਹੈਗਾ ਇਸ ਬਾਰੇ। ਮੇਰੇ ਨਾਲ ਇੱਕ ਦੁਕਾਨਦਾਰ ਜੁੜੇ ਹੋਏ ਨੇ, ਬੁੱਕ ਸੈਲਰ ਹੈਗੇ। ਭਾਈ ਸਾਹਿਬ ਜੀ, ਸਵਾਗਤ ਹੈ ਤੁਹਾਡਾ। धन्यवाद जी। ਕੀ ਨਾਮ ਹੈ ਤੁਹਾਡਾ? राजेश गर्ग। ਰਾਜੇਸ਼ ਜੀ, ਇਹ ਪਾਰਕ ਨੂੰ ਤੁਸੀਂ ਕਿੰਨੇ ਟਾਈਮ ਤੋਂ ਦੇਖ ਰਹੇ ਹੋ? ਇਸ ਤਰ੍ਹਾਂ ਹੀ ਹੈ? बचपन से ही देख रहे हैं जी। ਬਚਪਨ ਤੋਂ ਦੇਖ ਰਹੇ ਹੋ ਇਸ ਤਰ੍ਹਾਂ ਹੀ ਪਾਰਕ ਹੈ? हाँ जी। ਕਿ ਤੁਹਾਨੂੰ ਨਹੀਂ ਲੱਗਦਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿੰਨੀ ਇੰਨੀ ਵੱਡੀ ਦੇਣ ਹੈ ਸਾਡੇ ਮੁਲਕ ਦੇ ਲਈ, ਆਜ਼ਾਦੀ ਦੇ ਲਈ, 23 ਸਾਲ ਦੀ ਉਮਰ ਦੇ ਵਿੱਚ ਉਹਨੇ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ। ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸ਼ਹਾਦਤਾਂ ਦੀ ਬਦੌਲਤ ਹੀ ਆਪਾਂ ਸਾਰੇ ਆਜ਼ਾਦ ਹੈਗੇ ਹਾਂ। कि ਤੁਹਾਨੂੰ नहीं लगता कि पार्क वधिया होना चाहिए? नहीं, बिल्कुल बहुत बढ़िया पार्क होना चाहिए। शहर का सबसे पुराना, जब से रुद्रपुर बसा है तब से शहर का एकमात्र भगत सिंह चौक इसका नाम रखा गया था, और इसको साफ़ सुथरा होना चाहिए और बढ़िया इसका मतलब डेवलपमेंट होना चाहिए, जिससे लोगों को लगे कि ये एक शहर। अभी तो इस बारे में पता नहीं लग पा रहा है कि ਅਸੀਂ ਮੰਨ ਲਓ ਮੇਰੇ ਇੱਕ ਰਿਸ਼ਤੇਦਾਰ ਨੇ ਆਉਣਾ ਸੀ, ਮੈਂ ਕਿਹਾ ਤੂੰ ਸ਼ਹੀਦ ਭਗਤ ਸਿੰਘ ਪਾਰਕ ਆ ਜਾਈਂ, ਤੇ ਉਹ ਉੱਥੇ ਘੁੰਮ ਕੇ ਚਲਾ ਗਿਆ, ਉਹਨੂੰ ਪਤਾ ਨਹੀਂ ਲੱਗ ਪਾਇਆ ਕਿ ਇੱਥੇ ਕੋਈ ਪਾਰਕ ਵੀ ਹੈ ਸ਼ਹੀਦ ਭਗਤ ਸਿੰਘ ਦੇ ਨਾਮ ਤੋਂ। ਤੁਹਾਨੂੰ ਲੱਗਦਾ ਕਿ ਇਹ ਜਿਹੜਾ ਸਟੈਚੂ ਹੈ ਜਾਂ ਮੂਰਤੀ ਹੈ ਇਹ ਵੱਡੀ ਹੋਣੀ ਚਾਹੀਦੀ, ਜਿਹੜੀ ਆ ਛੋਟੀ ਜਿਹੀ ਲੱਗੀ है इस तो नहीं, बड़ी होनी चाहिए, बड़ी आदम कर। हाँ, जिससे लोगों को पता लगे कि शहीद भगत सिंह चौक ये है। भगत सिंह जी की मूर्ति को थोड़ा सा बड़ा होना चाहिए, और भगत सिंह चौक की साफ सफाई और अच्छा एक इसको सुंदर मतलब सुंदर बनाना चाहिए, कि जिससे लगे एक रुद्रपुर शहर के बीच में भगत सिंह चौक है। जनप्रतिनिधि देखते होंगे हमारे इस प्रोग्राम को, सरकारी नुमाइंदे भी देखते होंगे, क्या मैसेज देना चाहेंगे आप इधर मुँह करके कैमरे के सामने? भाई हमारा यही संदेश है जी, इसको अपना भगत सिंह चौक को साफ सुथरा और अपना भगत सिंह चौक को साफ सुथरा और सुंदर बनाना चाहिए। सो बहुत बहुत धन्यवाद। सो जुड़े रहो साडे नाल, ਅਸੀਂ ਹੋਰ ਵੀ ਵਿਊ ਲੈਣੇ ਆ ਆਮ ਦੁਕਾਨਦਾਰਾਂ ਦੇ। मेरा नाम विनोद पटेल है। विनोद पटेल जी, ਤੁਸੀਂ ਇਹ ਪਾਰਕ ਦੇਖਿਆ, ਸ਼ਹੀਦ ਭਗਤ ਸਿੰਘ ਦੇ ਨਾਮ ਤੋਂ ਪਾਰਕ ਹੈ, ਕਿੰਨੀ ਗੰਦਗੀ ਅੰਦਰ ਹੈਗੀ ਹੈ, ਤੁਹਾਨੂੰ ਕੀ लगता कि पार्क ऐसा होना चाहिए? देखिए, सबसे पहले तो ये, मैं तो लखनऊ का रहने वाला हूँ, मैं यहाँ आया तो मुझे पता ही नहीं चल पाया कि ये शहीद भगत सिंह का पार्क है, और जो है जैसा कि यहाँ बताया जा रहा है कि उनका पार्क है, यहाँ पूरी तरह। अच्छा, अगर मैंने बताया तब आपको पता लगा? जी, मुझे तो यही नहीं पता चला कि ये किसका पार्क है, और जिस हिसाब से पार्क है उस हिसाब से यहाँ कोई व्यवस्था नहीं, ना तो उनकी कोई मूर्ति दिख रही है, और चारों तरफ गंदगी टूट फूट यहाँ है। मुझे ये लगता है कि ऐसे पार्क का तो हमें तो राष्ट्रीय स्मारक होना चाहिए, इस तरीके की इसकी साफ सफाई और व्यवस्था पहले होनी चाहिए। कल के लोग आएंगे, फूल माला लेके आएंगे, अपनी पब्लिसिटी करेंगे, अपना फोटो खिंचाएंगे और उसके बाद चले जाएंगे। 365 दिन उसके बाद उसका ध्यान नहीं देते हैं, कभी भी उसकी तरफ पलट के देखते नहीं। मेरे ख्याल से ये जो भी हमारे क्रांतिकारी भाई या शहीद हुए हैं उनका अपमान है एक तरीके से। ਇਹ ਵੇਖੋ, ਬਹੁਤ ਵੱਡੀ ਗੱਲ ਕਹੀ ਹੈ ਭਾਈ ਸਾਹਿਬ ਨੇ। ਕਿਤੇ ਨਾ ਕਿਤੇ
ਇੰਨੀ ਵੱਡੀ ਸ਼ਹਾਦਤਾਂ ਦਾ ਅਪਮਾਨ ਹੋ ਰਿਹਾ ਹੈ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਸ਼ਹਿਰ ਦੇ ਵਸਨੀਕ, ਆਗੂ, जनप्रतिनिधि सारे प्रोग्राम देखते होने की उन्होंने मैसेज देना चाहिए? देखिए, मैं तो ये कहना चाहता हूँ कि चूंकि ये हम अपने जो है पीढ़ियों को बताना चाहते हैं, धीरे धीरे इसको एक दूसरे को ट्रांसफ़र करते हैं, तो इससे ये पता होना चाहिए कि हमारे जो भी शहीद भाई हैं उनके लिए उनका पार्क हो या उनका स्मारक हो, जो भी चीज़ें हैं वो प्रॉपर होना चाहिए, साफ़ सुथरा होना चाहिए, और जिससे लोगों को ये देखने से और बताने से पता चल सके। अब ऐसे में तो हम तो अपने बच्चों को यही नहीं बता सकते कि उनका यहाँ कोई पार्क है या पार्क है, तो वो फिर मजाक में ले लेंगे। अगर इस तरीके की व्यवस्था रहेगी तो हमारी पीढ़ियाँ उस बात को हंसी में लेंगी कि ये तो कोई बात ही नहीं हुई। हम जिसके बारे में इतनी बड़ी बड़ी चर्चा करते हैं, दिन आए दिन, एक दिन साल भर में एक दिन आता है कोई, तो उस दिन हम बहुत चर्चा करते हैं, लेकिन उसके बाद अपना फोटो खिंचा के गायब हो जाते। 365 दिन उस बातों पे हम कभी भी ध्यान नहीं देते हैं। तो मेरे ख्याल से अगर हम उस बात को ये मानते हैं कि वो प्रेरणा स्रोत हैं और हम अपने आने वाली पीढ़ी, जनरेशन को ये बताना चाहते हैं उनके बारे में, तो इन सब चीज़ों को ध्यान रखना चाहिए। बिल्कुल जी, बहुत बहुत धन्यवाद भाई साहब ਦਾ। ਭਾਈ ਸਾਹਿਬ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ। ਇਹ ਕਿਤੇ ਨਾ ਕਿਤੇ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਸ਼ਹਾਦਤ ਦਾ, ਇੰਨੀ ਵੱਡੀ ਸ਼ਹਾਦਤ ਦਾ ਅਸੀਂ ਅਪਮਾਨ ਕਰ ਰਹੇ ਹਾਂ ਜਾਂ ਸ਼ਰਧਾ ਦੇ ਫੁੱਲ ਅਰਪਣ ਕਰ ਰਹੇ ਹਾਂ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। शुक्रिया। ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੋਗੇ? ਪਾਰਕ ਜਿਹੜਾ ਹੈਗਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਹੈ, ਤੇ ਪਾਰਕ ਦੇ ਹਾਲਾਤ ਤੁਸੀਂ ਦੇਖ ਰਹੇ ਹੋ, ਆ ਸਾਹਮਣੇ ਦੇਖ ਰਹੇ ਹੋ ਕਿੰਨੀ ਗੰਦਗੀ ਹੈਗੀ ਹੈ। ਮੈਂ ਕੈਮਰਾਮੈਨ ਵੀਰ ਨੂੰ ਕਹਾਂ ਭਾਜੀ ਇੱਧਰ ਆ ਜਾਓ, ਆ ਸਾਹਮਣੇ ਤੁਸੀਂ ਦੇਖੋ ਕਿੰਨੀ ਗੰਦਗੀ ਹੈਗੀ ਹੈ। ਇਹ ਬਹੁਤ ਹੀ ਬੁਰਾ ਹਾਲਾਤ ਹੈ ਇਹ ਪਾਰਕ ਦੇ, ਇਸ ਟਾਈਮ ਪੂਰੀ ਗੰਦਗੀ ਜੰਮੀ ਹੋਈ ਹੈ। ਤੇ ਕੀ ਕਹਿਣਾ ਚਾਹੋਗੇ ਪਾਰਕ ਦੇ ਵਿੱਚ ਜਿੱਦਾਂ ਕਿ ਛੋਟੀ ਜਿਹੀ ਸਾਡਾ ਜੋ ਸ਼ਹੀਦ ਸਿੰਘ, ਜੋ ਸਾਡੇ ਭਗਤ ਸਿੰਘ ਜੀ ਆ, ਸਾਹਮਣੇ ਦੇਖੋ, ਹਾਂਜੀ, ਬਹੁਤ ਵੱਡੇ ਸ਼ਹੀਦ ਹੋਏ ਆ। ਇੰਨੀ ਵੱਡੀ ਸ਼ਹੀਦੀ ਹੋਈ ਆ ਤੇ ਅੱਜ ਅਸੀਂ ਉਹਨਾਂ ਦੀ ਮੂਰਤੀਆਂ ਦੀ ਸਾਨੂੰ ਉਹ ਕਦਰ ਕਰਨੀ ਚਾਹੀਦੀ ਜੋ ਇੱਕ ਸੂਰਮਿਆਂ ਦੀ ਹੁੰਦੀ ਹੈ ਕਦਰ। ਉਹ ਸਾਨੂੰ ਇੱਕ ਸ਼ਹੀਦਾਂ ਦੀ ਕਦਰ ਕਰਨੀ ਚਾਹੀਦੀ ਹੈ, ਮਗਰ ਇੱਥੇ ਮੈਂ ਵੇਖਦਾ ਕੋਈ ਕਦਰ ਨਹੀਂ ਹੈ ਸਾਡੇ। ਇਹ ਛੋਟੀ ਜਿਹੀ ਮੂਰਤੀ ਲੱਗੀ ਹੋਈ ਹੈ ਕਿ ਤੁਹਾਨੂੰ ਲੱਗਦਾ ਕਿ ਵੱਡੀ ਆਦਮਕਦ ਮੂਰਤੀ ਹੋਣੀ? ਸਾਨੂੰ ਲਗਭਗ ਇੰਨੀ ਇੱਜ਼ਤ ਕਰਨੀ ਚਾਹੀਦੀ ਹੈ ਕਿ ਮੂਰਤੀ ਵੱਡੀ ਬਣਾਉਣੀ ਚਾਹੀਦੀ ਹੈ, ਦੂਰੋਂ ਪਤਾ ਲੱਗ ਸਕੇ, ਦੂਰੋਂ ਪਤਾ ਲੱਗ ਸਕੇ ਕਿ ਹਾਂ ਵੀ ਉਹ ਸ਼ਹੀਦ ਸੂਰਮਾ ਜਿਹਨੇ ਦੇਸ਼ ਦੀ ਆਜ਼ਾਦੀ ਲਈ ਆਜ਼ਾਦ ਕਰਾਇਆ ਦੇਸ਼ ਨੂੰ, ਇੰਨਾ ਆਪਣਾ ਫਾਂਸੀ ਤੇ ਚੜਿਆ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਲਈ। ਹੱਸਦੇ ਹੱਸਦੇ 23 ਸਾਲ ਦੀ ਉਮਰ, 23 ਸਾਲ ਉਮਰ 'ਚ, ਤੇ ਉਹਦੇ ਲਈ ਮੂਰਤੀ ਅਸੀਂ ਕਿੰਨੀ ਵਧੀਆ ਬਣਾ ਰੱਖੀ ਹੈ। ਸਾਡੀ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਉਹਨਾਂ ਦੇ ਚੱਲੇ ਹੋਏ ਕਦਮਾਂ ਤੇ ਚੱਲੀਏ ਔਰ ਇਸ ਦੇਸ਼ ਨੂੰ ਕੁਝ ਕਰਕੇ ਵਿਖਾਈਏ। ਕੀ ਮੈਸੇਜ ਦੇਣਾ ਚਾਹੋਗੇ ਰੁਦਰਪੁਰ ਦੇ ਵਾਸੀਆਂ ਨੂੰ, ਜਨਪ੍ਰਤੀਨਿਧੀਆਂ ਨੂੰ, ਸਰਕਾਰੀ ਨੁਮਾਇੰਦਿਆਂ ਨੂੰ? ਕੀ ਮੈਸੇਜ ਦੇਣਾ? ਇਹੀ ਮੈਸੇਜ ਦੇਣਾ ਚਾਹਾਂਗਾ ਕਿ ਅਗਰ ਤੁਸੀਂ ਇਹ ਨਹੀਂ ਕਰ ਸਕਦੇ ਤੇ ਅਸੀਂ ਆਪ ਪੈਸੇ ਇਕੱਠੇ ਕਰਕੇ ਇਹਨੂੰ ਵਧੀਆ ਬਣਾ ਦਾਂਗੇ। ਜਾਂ ਤਾਂ ਇਹਨੂੰ ਸਹੀ ਕਰ ਦਿਓ, ਜਾਂ ਅਗਰ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈਗੀ, ਤੁਸੀਂ ਨਹੀਂ ਕਰ ਸਕਦੇ, ਤੇ ਅਸੀਂ ਆਪ ਕੋਸ਼ਿਸ਼ ਕਰਾਂਗੇ, ਆਪ ਦੁਕਾਨਾਂ ਚੰਦਾ ਮੰਗਾਂਗੇ ਤਾਂ ਮੂਰਤੀ ਨੂੰ ਵੱਡਾ ਕਰਾਵਾਂਗੇ। ਸੋ ਤੁਹਾਡਾ ਧੰਨਵਾਦ ਹੈ। ਸੋ ਇਹ ਵਲਵਲੇ ਹੈਗੇ ਆ, ਵਿਚਾਰ ਹੈਗੇ ਆ ਕਿ ਜੇ ਤੁਹਾਡੇ ਵੱਸ ਦਾ ਨਹੀਂ ਹੈਗਾ ਤੇ ਨੌਜਵਾਨ ਕਹਿੰਦੇ ਕਿ ਅਸੀਂ ਆਪ ਪੈਸੇ ਇਕੱਠੇ ਕਰਕੇ ਇਹ ਜਿਹੜਾ ਪਾਰਕ ਹੈ, ਇਹ ਮੂਰਤੀ ਹੈ, ਇਹਨੂੰ ਵਧੀਆ ਤਰੀਕੇ ਨਾਲ ਲਾਵਾਂਗੇ। ਭਾਈ ਸਾਹਿਬ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ। ਕੀ ਨਾਮ ਹੈ ਤੁਹਾਡਾ? ਚੰਦਰ ਪ੍ਰਕਾਸ਼ ਕਪੂਰ। ਚੰਦਰ ਪ੍ਰਕਾਸ਼ ਕਪੂਰ ਜੀ, ਤੁਸੀਂ ਕਿੰਨੇ ਟਾਈਮ ਤੋਂ ਇੱਥੇ ਦੁਕਾਨਦਾਰੀ ਕਰ ਰਹੇ ਹੋ? ਸਾਨੂੰ ਹੋ ਗਏ ਲਗਭਗ 30 ਸਾਲ। 30 ਸਾਲ। ਹਾਂਜੀ, 30 ਸਾਲ ਹੋ ਗਏ। ਪਾਰਕ ਜਿਹੜਾ ਤੁਸੀਂ ਕਿੰਨੇ ਟਾਈਮ ਤੋਂ ਐਵੇਂ ਹੀ ਦੇਖ ਰਹੇ ਹੋ? ਅਸੀਂ ਤਾਂ ਸਮਝ ਲਓ 40 ਸਾਲ ਤੋਂ ਇਵੇਂ ਹੀ ਵੇਖ ਰਹੇ ਇਹਨੂੰ, ਇਵੇਂ। ਤੇ ਤੁਹਾਨੂੰ ਕੀ ਲੱਗਦਾ ਪਾਰਕ ਇਸ ਤਰ੍ਹਾਂ ਹੋਣਾ ਚਾਹੀਦਾ? ਨਹੀਂ, ਪਾਰਕ ਸਾਫ ਸੁਥਰਾ ਹੋਣਾ ਚਾਹੀਦਾ ਹੈ, ਬੈਠਣ ਦੀ ਜਗ੍ਹਾ ਹੋਣੀ ਚਾਹੀਦੀ ਹੈ, ਸਾਫ ਸਫਾਈ ਅੱਛੀ ਹੋਣੀ ਚਾਹੀਦੀ ਹੈ, ਰੰਗ ਰੋਗਨ ਹੋਣਾ ਚਾਹੀਦਾ ਪਾਰਕ ਵਿੱਚ, ਤਾਂ ਕਿ ਸਭ ਨੂੰ ਪਤਾ ਚੱਲੇ ਪਾਰਕ ਹੈ ਭਗਤ ਸਿੰਘ ਸ਼ਹੀਦ ਤੇ ਆਦਮ ਭਗਤ। ਅੱਛਾ, ਸ਼ਹੀਦ ਆਜਮ ਭਗਤ ਸਿੰਘ ਦੇ ਬਾਰੇ ਜਾਣਦੇ ਹੋ? ਕਿਉਂ ਨਹੀਂ ਜਾਣਦੇ, ਕੌਣ ਨਹੀਂ ਜਾਣਦਾ। ਵੈਰੀ ਗੁੱਡ। ਅੱਛਾ, ਕੀ ਜਿਹੜੀ ਉਹਨਾਂ ਦੀ ਦੇਣ ਹੈ, ਇੰਨੀ ਵੱਡੀ ਦੇਣ, ਕਿ ਇਹ ਪਾਰਕ ਦੇ ਹਾਲਾਤ ਵੇਖ ਕੇ ਤੁਹਾਨੂੰ ਕੀ ਲੱਗਦਾ ਕਿ ਆਪਾਂ ਉਹਦੀ ਦੇਣ ਦਾ ਅਪਮਾਨ ਨਹੀਂ ਕਰ ਰਹੇ, ਉਹਦੀ ਸ਼ਹਾਦਤ ਦਾ? ਹਾਂ, ਕਿਉਂ ਨਹੀਂ ਕਰ ਰਹੇ, ਬਿਲਕੁਲ ਕਰ ਰਹੇ ਅਸੀਂ, ਬਿਲਕੁਲ ਕਰ ਰਹੇ ਹਾਂ। ਤੇ ਤੁਸੀਂ ਕਦੀ ਆਮ ਜਿਹੜੇ ਦੁਕਾਨਦਾਰ ਹੈਗੇ, ਤੁਸੀਂ ਕਦੀ ਪ੍ਰਯਾਸ ਨਹੀਂ ਕੀਤਾ ਕਿ ਪਾਰਕ ਵਧੀਆ ਹੋਣਾ ਚਾਹੀਦਾ, ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਮੂਰਤੀ ਜਿਹੜੀ ਆ ਵੱਡੀ ਹੋਣੀ ਚਾਹੀਦੀ ਹੈ? ਖਾਲੀ ਦੁਕਾਨਦਾਰਾਂ ਦੇ ਪ੍ਰਯਾਸ ਕਰਨ ਨਾਲ ਥੋੜ੍ਹੀ ਕੁਝ ਹੋਣਾ ਹੈ, ਤਾਂ ਜਨਪ੍ਰਤੀਨਿਧੀ ਨੂੰ ਸੋਚਣਾ ਚਾਹੀਦਾ ਹੈ, ਪਾਰਕ ਵਧੀਆ ਹੋਣਾ ਚਾਹੀਦਾ ਹੈ, ਸਾਫ਼ ਸਫਾਈ ਹੋਣੀ ਚਾਹੀਦੀ, ਇੱਥੇ ਕੋਈ ਆ ਕੇ ਵੇਖੇ। ਤੇ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ ਜੇ ਪਾਰਕ ਦਾ ਸਾਫ਼ ਸੰਭਾਲ ਨਹੀਂ ਹੋ ਪਾ ਰਹੀ, ਵਧੀਆ ਜਿਵੇਂ ਗੰਦਗੀ ਹੈ, ਪੂਰੀ ਦੇਖਭਾਲ ਨਹੀਂ ਹੋ ਪਾ ਰਹੀ, ਇਹਦਾ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ? ਜ਼ਿੰਮੇਦਾਰ ਅਸੀਂ ਖੁਦ ਹੀ ਹਾਂ। ਸਾਨੂੰ ਖੁਦ ਪਹਿਲੀ ਗੱਲ ਤਾਂ ਅੱਗੇ ਆ ਕੇ ਕਰਨਾ ਚਾਹੀਦਾ ਹੈ, ਸਭ ਨੂੰ ਮਿਲ ਕੇ ਜਨਪ੍ਰਤੀਨਿਧੀਆਂ ਨੂੰ ਕਹਿਣਾ ਚਾਹੀਦਾ। ਸਾਡੀ ਮੁਹਿੰਮ ਇਹ ਹੈ ਕਿ ਪਾਰਕ ਵਧੀਆ ਹੋਣਾ ਚਾਹੀਦਾ ਹੈ ਤੇ ਇੱਕ ਮੂਰਤੀ ਆਦਮ ਕਦ ਹੋਣੀ ਚਾਹੀਦੀ, ਵਧੀਆ 6 ਫੁੱਟ ਦੀ, ਦੋਨੋਂ ਹੀ ਦਿਸੇ ਕਿ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਤੋਂ ਪਾਰਕ ਹੈ। ਕਿ ਤੁਸੀਂ ਮੁਹਿੰਮ ਦਾ ਸਮਰਥਨ ਕਰਦੇ ਹੋ, ਸਪੋਰਟ ਕਰਦੇ ਹੋ? ਹਾਂ ਜੀ, ਕਿਉਂ ਨਹੀਂ ਕਰਦੇ, ਬਿਲਕੁਲ ਵਧੀਆ ਹੋਣਾ ਚਾਹੀਦਾ। ਤੇ ਜਿਹੜੇ ਸਾਡੇ ਵੇਖਦੇ ਹੋਣੇ ਜਨਪ੍ਰਤੀਨਿਧੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹ ਦੇਣਾ ਚਾਹੁੰਦੇ, ਪਾਰਕ ਅੱਛਾ ਹੋਣਾ ਚਾਹੀਦਾ, ਸਾਫ਼ ਸਫਾਈ ਵਧੀਆ ਹੋਣੀ ਚਾਹੀਦੀ ਹੈ, ਰੰਗ ਰੋਗਨ ਹੋਣਾ ਚਾਹੀਦਾ ਹੈ। ਸ਼ਹੀਦ ਆਜ਼ਮ ਭਗਤ ਸਿੰਘ ਚੌਕ ਦਾ ਤਾਂ ਬੋਰਡ ਹੋਣਾ ਚਾਹੀਦਾ ਲੱਗਾ ਹੋਣਾ, ਤਾਂ ਕਿ ਸਭ ਨੂੰ ਪਤਾ ਚੱਲ ਸਕੇ ਇਹ ਪਾਰਕ ਸ਼ਹੀਦ ਆਜ਼ਮ ਦੇ ਨਾਂ 'ਤੇ ਪਾਰਕ ਹੈਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ, ਅਸੀਂ ਹੋਰ ਵੀ ਕੋਸ਼ਿਸ਼ ਕਰਦੇ ਹਾਂ ਆਮ ਜਿਹੜੇ ਨੇੜੇ ਦੇ ਦੁਕਾਨਦਾਰ ਹੈ ਉਹਨਾਂ ਤੋਂ ਪੁੱਛਦੇ ਉਹਨਾਂ ਦੇ ਕੀ ਵਿਚਾਰ ਹੈਗੇ। ਸੋ ਤੁਹਾਡਾ ਧੰਨਵਾਦ।
ਸੋ ਸਾਡੇ ਨਾਲ ਹੋਰ ਜੁੜੇ ਹੋਏ ਨੇ ਇੱਕ ਦੁਕਾਨਦਾਰ, ਇਹਨਾਂ ਦੀ ਹੈਗੀ ਹੈ ਹਰੀਸ਼ ਰੈਡੀਮੇਡ ਸੈਂਟਰ ਨਾਮ ਤੋਂ ਤੁਹਾਡੀ ਦੁਕਾਨ ਹੈ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰੀਸ਼ ਕੁਮਾਰ ਹੈ। ਹਰੀਸ਼ ਕੁਮਾਰ ਜੀ, ਭਾਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਦੁਕਾਨਦਾਰੀ ਕਰ ਰਹੇ ਹੋ? ਮੈਂ ਵੀਰ ਜੀ ਉਹਨਾਂ ਕੇ 10-12 ਸਾਲ ਤੋਂ ਇੱਥੇ ਹੈਗਾ। 10-12 ਸਾਲ ਤੋਂ। ਤੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਪਾਰਕ ਹੈ ਇਹ ਵਧੀਆ ਹੋਣਾ ਚਾਹੀਦਾ, ਸਾਫ਼ ਸੁਥਰਾ ਹੋਣਾ ਚਾਹੀਦਾ, ਦੂਰੋਂ ਹੀ ਦਿਸੇ? ਇਹ ਵੀਰ ਜੀ ਵਧੀਆ ਹੋਣਾ ਚਾਹੀਦਾ, ਇਹਦੇ ਲਈ ਸਫਾਈ ਸੁਧਾਰ ਸਮੇਂ ਰਹਿਣੀ ਚਾਹੀਦੀ ਹੈ। ਤੇ ਗੰਦਗੀ ਜਿਹੜੀ ਰਹਿੰਦੀ ਹੈ, ਸਾਫ਼ ਸਫਾਈ ਨਹੀਂ ਰਹਿੰਦੀ, ਇਹਦਾ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ? ਇਹ ਤਾਂ ਜੀ ਪ੍ਰਸ਼ਾਸਨ, ਨਗਰ ਪਾਲਿਕਾ ਹੀ ਹੈ ਸਭ, ਜੋ ਕੋਈ ਕਰਦਾ ਨਹੀਂ, ਜਿਹੜਾ ਇਸ ਦੀ ਦੇਖ ਰੇਖ ਨਹੀਂ ਇੱਕ ਕਰਦਾ। ਜਿਹੜੀ ਮੂਰਤੀ ਹੈਗੀ ਹੈ ਜਿਹੜੀ ਆ ਛੋਟੀ ਲੱਗੀ ਹੋਈ ਹੈ ਬਹੁਤ ਜ਼ਿਆਦਾ, ਇਹ ਵੱਡੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ? ਵੀਰ ਜੀ ਮੂਰਤੀ ਤਾਂ ਚਲੋ ਜਿਵੇਂ ਵੀ ਹੈ, ਲੇਕਿਨ ਸੈਟਿੰਗ ਹੁੰਦੀ ਪਤਾ ਹੀ ਨਹੀਂ ਲੱਗ ਪਾਉਂਦਾ ਨਾ ਕਿ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਪਾਰਕ ਹੈ, ਪਤਾ ਹੀ ਨਹੀਂ ਦਿਸਦਾ ਹੀ ਕਿਸੇ ਨੂੰ। ਨਹੀਂ ਵੀਰ ਜੀ, ਅਗਰ ਮੂਰਤੀ ਵੱਡੀ ਹੋ ਕੇ ਲੱਗ ਜਾਏ ਇੱਥੇ ਤਾਂ ਵੀ ਕੋਈ ਇਤਰਾਜ਼ ਨਹੀਂ, ਕੋਈ ਉਹਦੇ ਕਿਸੇ ਨੂੰ ਪਰੇਸ਼ਾਨੀ ਹੁੰਦੀ ਨਹੀਂ, ਲੇਕਿਨ ਜੀ ਬਾਕੀ ਸਾਫ਼ ਸਫਾਈ ਦਾ ਤਾਂ ਮੇਨ ਕੰਮ ਹੈ। ਸਾਫ਼ ਸਫਾਈ ਵੀ ਹੋਣੀ ਚਾਹੀਦੀ ਹੈ। ਕੀ ਮੈਸੇਜ ਦੇਣਾ ਚਾਹੋਗੇ? ਸਾਡੇ ਜਨ ਪ੍ਰਤੀਨਿਧੀ ਜਾਂ ਸਰਕਾਰੀ ਨੁਮਾਇੰਦੇ ਸੁਣਦੇ ਹੋਣੇ ਆ, ਉਹਨਾਂ ਨੂੰ ਇਹ ਕਹਿਣਾ ਕਿ ਵੀ ਪਾਰਕ ਦੀ ਸਫਾਈ ਹੋਣੀ ਚਾਹੀਦੀ ਹੈ ਰੋਜ਼, ਔਰ ਰੋਜ਼ ਇੱਥੇ ਜਿਹੜਾ ਪਿਸ਼ਾਬ ਘਰ ਵਗੈਰਾ ਇਹਦੇ ਬਾਹਰ ਬਣਿਆ ਉਹਦੀ ਸਭ ਸਾਫ਼ ਸਫਾਈ ਹੋਵੇ, और चारों तरफ उनकी झाड़ू हर रोज लगे, रोज इनके उनकी अगर नगर पालिका आए सफाई भी करे, ਜਿਹੜੇ अड़ोस पड़ोस वाले ने वो भी गंदगी तो बचाने ਨੂੰ। ਸੋ ਤੁਹਾਡਾ ਧੰਨਵਾਦ ਹੈ। ਸੋ ਇਹ ਕੁਝ ਬੱਚੇ ਪਾਰਕ ਦੇ ਵਿੱਚ ਖੇਲ ਰਹੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ हैं। बेटे क्या नाम है आपका? साधना। आपका नाम क्या है? पीहू। पीहू जी, ये मूर्ति किसकी है आपको पता है? भगत सिंह जी की। भगत सिंह जी की। भगत सिंह जी की? भगत सिंह जी कौन थे पता है आपको? नहीं पता? होगी तो पता चलेगा। बड़ी मूर्ति होगी। अच्छा, ये मूर्ति छोटी है? हाँ। अगर बड़ी मूर्ति होगी तो आप उसके बारे में आपको क्या लगता है, बड़ी मूर्ति होनी चाहिए? हाँ। और क्या जानते हो भगत सिंह जी के बारे में? और कुछ नहीं। आप क्या जानते हो? और हमें भी नहीं पता। नहीं पता ना। तो आपको क्या लगता है, छोटी मूर्ति होनी चाहिए, बड़ी होनी चाहिए? बड़ी। कितनी बड़ी? बहुत बड़ी। बहुत बड़ी। बहुत बड़ी। तो पार्क में जो साफ सफाई नहीं है, ये साफ सफाई होनी चाहिए? हाँ। पक्का। ਸੋ ਸਾਡੇ ਨਾਲ ਜੁੜੇ ਹੋਏ ਨੇ ਦੀਪਕ ਜੀ, ਜਿਹੜੇ ਵਪਾਰੀ ਹੈਗੇ ਰੁਦਰਪੁਰ ਦੇ, ਗੱਲਬਾਤ ਕਰਦੇ ਹਾਂ। ਦੀਪਕ ਜੀ ਸਵਾਗਤ ਹੈ ਆਪਕਾ। ਧੰਨਵਾਦ। ਦੀਪਕ ਜੀ, ਜਿਹੜਾ ਇਹ ਪਾਰਕ ਹੈਗਾ, ਪਾਰਕ ਦੇ ਹਾਲਾਤ ਤੁਸੀਂ ਦੇਖ ਰਹੇ ਹੋ, ਕਿੰਨੇ ਬੁਰੇ ਹਾਲਾਤ ਹੈਗੇ ਆ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੋਂ ਕਿੰਨੀ ਵੱਡੀ ਸ਼ਹਾਦਤ ਹੈ, ਕੀ ਲੱਗਦਾ ਪਾਰਕ ਇਸ ਤਰ੍ਹਾਂ ਹੋਣਾ ਚਾਹੀਦਾ? बहुत गंदगी है इस पार्क में, कोई साफ़ सफाई नहीं है। प्रशासन को इसकी साफ़ सफाई रखनी चाहिए और नगर पालिका को ध्यान देना चाहिए कि इसमें साफ़ सफाई हो और इसकी सुंदरता बढ़ाई जाए, जिससे पार्क में लोग आएँ और बैठें। नहीं, ये भी नहीं पता लग पाता कि ये भगत सिंह के नाम से पार्क है। मूर्ति जो बहुत छोटी लगी हुई है, बिल्कुल साइड में लगी हुई है, कि ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿੱਦਾਂ ਮੇਨ ਐਂਟਰੈਂਸ ਹੈ ਇੱਥੇ ਹੀ ਵੱਡੀ ਆਦਮਕਦ मूर्ति होनी चाहिए, ਵੱਡੀ, हाँ, जिसका पता लग सके सारे नु के शहीद। यहाँ पर एक गेट होना चाहिए जिसपे भगत सिंह का मार्क होना चाहिए, और बोर्ड होना चाहिए, और भगत सिंह की एक सुंदर विशाल मूर्ति होनी चाहिए, विशाल प्रतिमा, क्योंकि उनकी जो देन है, उनकी जो कुर्बानी है, जो उनकी देश के प्रति, आज़ादी के प्रति जो हंसते हंसते फांसी के रस्तों को चूम गए, वो देशभक्त हैं हमारे। अच्छा, क्या मैसेज देना चाहोगे जो हमारे जनप्रतिनिधि या सरकारी प्रशासन सुनता हो, क्या अपील करना चाहेंगे? प्रशासन से यही कहना चाहता हूँ कि यहाँ पर सुंदरता बढ़ाई जाए और यहाँ एक विशाल बोर्ड लगाया जाए भगत सिंह मार्ग का, और यहाँ प्रतिमा बहुत बड़ी बनाई जाए जिससे लोग पहचाने भगत सिंह चौक हैं। ਸੋ ਬਹੁਤ ਬਹੁਤ ਧੰਨਵਾਦ। ਨਾਲ ਜੁੜੇ ਹੋਏ ਨੇ ਜੋਗਿੰਦਰ ਸਿੰਘ ਜੀ, ਜਿਹੜੇ 2.5-3 ਸਾਲ ਤੋਂ ਇੱਥੇ ਆਪਣਾ ਰੋਜ਼ਗਾਰ ਚਲਾ ਰਹੇ ਨੇ, ਤੇ ਇਹਨਾਂ ਤੋਂ ਪਤਾ ਕਰਦੇ ਹਾਂ। ਭਾਜੀ, ਆ ਗੰਦਗੀ ਇੰਨੀ ਜ਼ਿਆਦਾ ਕਿਉਂ ਜੰਮੀ ਹੋਈ ਹੈ ਇੱਥੇ? ਇਹ ਪਹਿਲੇ ਤੋਂ ਹੀ ਗੰਦਗੀ ਸੀ, ਬਹੁਤ। ਇਹ ਦੇਖੋ ਕਿੰਨੀ ਜ਼ਿਆਦਾ ਗੰਦਗੀ ਹੈਗੀ ਹੈ ਪਾਰਕ ਦੇ ਨਾਲ। ਤੁਹਾਨੂੰ ਲੱਗਦਾ ਕਿ ਗੰਦਗੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ? ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਸਾਫ਼ ਸੁਥਰਾ ਰਹਿਣਾ ਚਾਹੀਦਾ ਹੈ। ਤੁਸੀਂ ਤਾਂ ਨਹੀਂ ਗੰਦਗੀ ਫੈਲਾਉਂਦੇ? ਨਹੀਂ ਉੱਥੇ ਲਾਉਂਦੇ ਜੀ, ਸਾਫ਼ ਸੁਥਰਾ ਇੱਕਦਮ ਵਧੀਆ ਬਣਾਉਂਦੇ ਨੇ, ਸਾਫ਼। ਤੇ ਪਾਰਕ ਦੇ ਹਾਲਾਤ ਇੰਨੇ ਖਰਾਬ ਨੇ, ਇਹਦਾ ਕੌਣ ਜ਼ਿੰਮੇਦਾਰ ਹੈ? ਇਹ ਤਾਂ ਉਹੀ ਹੈ, ਨਗਰ ਪਾਲਿਕਾ, ਨਗਰ ਨਿਗਮ ਜ਼ਿੰਮੇਦਾਰ। ਹੋਰ ਕੀ ਸਾਫ਼ ਸੁਥਰਾ ਰਹਿਣਾ। ਤੁਹਾਡੇ ਵੱਲੋਂ ਕੋਈ ਪ੍ਰਯਾਸ ਨਹੀਂ ਕੀਤਾ ਜਾਂਦਾ ਸਾਫ਼ ਸੁਥਰਾ ਰਹੇ, ਪਾਰਕ ਵਧੀਆ ਹੋਏ? ਕੋਈ, ਹਾਂ, ਸਾਫ਼ ਕੀਤਾ ਜਾਂਦਾ ਹੈ। ਹੋਰ ਕੀ? ਤੇ ਮੂਰਤੀ ਬਹੁਤ ਛੋਟੀ ਲੱਗੀ ਹੋਈ ਹੈ, ਕਿ ਮੂਰਤੀ ਇਹੋ ਜਿਹੀ ਹੋਣੀ ਚਾਹੀਦੀ? ਮੂਰਤੀ ਵੱਡੀ ਹੋਣੀ ਚਾਹੀਦੀ, ਪਾਰਕ ਲੱਗੇ। ਪਾਰਕ ਲੱਗੇ, ਪਤਾ ਨਹੀਂ ਲੱਗ ਪਾ ਰਿਹਾ ਕਿ ਪਾਰਕ। ਹਾਂ, ਪਤਾ ਨਹੀਂ ਲੱਗ ਪਾ ਰਿਹਾ ਪਾਰਕ ਹੈ ਕੀ ਹੈ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੇ ਬਾਰੇ ਜਾਣਦੇ ਹੋ? ਨਹੀਂ, ਅਜੇ ਤੱਕ ਕੋਈ ਨਹੀਂ ਜਾਣਦੇ। ਦੇਸ਼ ਦੇ ਲਈ ਇੰਨੀ ਵੱਡੀ ਕੁਰਬਾਨੀ ਉਹਨਾਂ ਦੀ, ਤੇ ਤੁਸੀਂ ਉਹਨਾਂ ਦੇ ਬਾਰੇ ਜਾਣਦੇ ਨਹੀਂ? ਜਾਣਦੇ ਆ, ਉਹ ਦਾਦੇ ਜਾਣਦੇ ਨੇ, ਦਾਦੇ ਸੀ। ਦਾਦਾ ਵਗੈਰਾ ਜਾਣਦੇ ਸੀ, ਤੁਸੀਂ ਨਹੀਂ ਜਾਣਦੇ? सो कुछ बच्चे साढ़े नाल जुड़े हुए ने, बच्चों ने पता करते हैं। बेटा क्या नाम है आपका? ध्रुव वाल्मीकि। आपका नाम क्या? ऋषि कोहली। ऋषि कोहली जी, वो मूर्ति किसकी लगी हुई आपको पता? ये भगत सिंह की लगी हुई है। भगत सिंह जी की? भगत सिंह जी कौन थे?
भगत सिंह अपने देश के पुलिस अफसर थे। पुलिस अफसर नहीं, पुलिस अफसर नहीं थे वो तो देश की आज़ादी के लिए उन्होंने अपनी कुर्बानी दी थी। आपको शायद आपने पढ़ा नहीं भगत सिंह जी के बारे में? अभी भगत सिंह के बारे में नहीं पढ़ा है। अच्छा, अगर ये मूर्ति बहुत बड़ी होती तो आपके मन में वो विचार आते कि भगत सिंह जी के बारे में हम जानने की कोशिश करते? हाँ, हमारे मन में हमारे मन में विचार जरूर आता अगर ये मूर्ति बड़ी होती तो। अच्छा, अगर बड़ी मूर्ति होती कहीं ना कहीं जिज्ञासा होती ना? हाँ, कहीं ना कहीं जिज्ञासा होती अगर ये मूर्ति बड़ी होती तो। अभी आपको नहीं पता भगत सिंह जी कौन थे? नहीं, अभी नहीं पता है। कभी भी आपने पढ़ा नहीं, सुना नहीं? ना, मतलब पढ़ा है। क्या पढ़ा है? मतलब भगत सिंह के बारे में पहले पढ़ा था, लेकिन अब पढ़ाते नहीं क्लास में। अब नहीं पढ़ाते? नहीं पढ़ाते। चलो, ये पार्क में बड़ी गंदगी है, इसका जिम्मेदार कौन लगता है आपको? साफ सफाई पालिका के लगते हैं, नगर पालिका के लगते हैं, कोई सफाई करने नहीं आते। सो प्यारे दर्शकों, ये देखो, ਇਹ ਸਾਡੀ ਮੁਹਿੰਮ ਹੈ। ਇਹ ਮੁਹਿੰਮ ਨੂੰ ਤਾਂ ਹੀ ਅਸੀਂ ਅਮਲੀ ਜਾਮਾ ਬਣਾ ਸਕਦੇ ਹਾਂ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ, ਕਿਉਂਕਿ ਬਿਨਾਂ ਤੁਹਾਡੀ ਸਪੋਰਟ ਤੇ ਇਹਦੀ ਕਲਪਨਾ ਕਰਨਾ ਬਹੁਤ ਮੁਸ਼ਕਿਲ ਹੈ। ਤੁਸੀਂ ਇਹਨੂੰ ਹੁੰਗਾਰਾ ਦਿਓ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਕਿ ਭਗਤ ਸਿੰਘ ਦੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਮੂਰਤੀ ਇਹੋ ਜਿਹੀ ਹੋਣੀ ਚਾਹੀਦੀ, ਪਾਰਕ ਇਹੋ ਜਿਹਾ ਹੋਣਾ ਚਾਹੀਦਾ ਹੈ। ਇਹ ਸਾਡੀ ਮੁਹਿੰਮ, ਅਸੀਂ ਫੇਰ ਵੀ ਇਹ ਮੁਹਿੰਮ ਜਾਰੀ ਰੱਖਾਂਗੇ, ਲੇਕਿਨ ਤੁਹਾਡੀ ਸਪੋਰਟ ਜ਼ਰੂਰ ਚਾਹੀਦੀ ਹੈ। ਕਮੈਂਟ ਤੁਸੀਂ ਜ਼ਰੂਰ ਕਰਨੇ ਆ, ਭਾਵੇਂ ਇਨਕਲਾਬ ਜਿੰਦਾਬਾਦ ਲਿਖੋ, ਭਾਵੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਾਨ ਵਿੱਚ ਤੁਸੀਂ ਕੁਝ ਵੀ ਲਿਖ ਸਕਦੇ ਹੋ। ਤੇ ਸਾਡੇ ਇਸ ਪ੍ਰੋਗਰਾਮ ਨੂੰ, ਸਾਡੀ ਇਸ ਮੁਹਿੰਮ ਨੂੰ ਸਫਲ ਤੁਸੀਂ ਕਰਨਾ ਹੈ, ਆਪਣੀ ਸਪੋਰਟ ਦੇ ਕੇ ਵੱਧ ਤੋਂ ਵੱਧ ਤੁਸੀਂ ਇਹਨੂੰ ਸ਼ੇਅਰ ਕਰਨਾ ਹੈ। ਸੋ ਇੱਕ ਵਾਰ ਫੇਰ ਤੁਹਾਡਾ ਸਾਰਾ ਦਾ ਧੰਨਵਾਦ। ਫਿਰ ਅਸੀਂ ਅਗਲੀ ਵਾਰ ਕਿਸੇ ਹੋਰ ਮੁਹਿੰਮ ਨੂੰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਮੈਂ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡੇ ਤੋਂ ਵਿਦਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਪਾਰਕ ਹੈ ਰੁਦਰਪੁਰ ਦਾ, ਬਹੁਤ ਪੁਰਾਣਾ ਪਾਰਕ, ਕਿ ਮੂਰਤੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਇਹ ਸਾਡੀ ਸ਼ਰਧਾਂਜਲੀ ਹੈ ਉਸ ਮਹਾਨ ਸਪੂਤ ਨੂੰ। ਜਿੱਦਾਂ ਕਿਹਾ ਜਾਂਦਾ ਹੈ, ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਮੈਨੂੰ ਲੱਗਦਾ ਕਿ ਇਹ ਵਰਡ ਜਿਹੜਾ ਆਪਾਂ ਨਹੀਂ ਯੂਜ਼ ਕਰਨਾ ਚਾਹੀਦਾ। ਫਾਂਸੀ 'ਤੇ ਲਟਕਾਇਆ ਨਹੀਂ ਸੀ ਗਿਆ, ਉਹਨੇ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਸੋ ਸਾਡੀ ਮੁਹਿੰਮ, ਸਾਡਾ ਮਕਸਦ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਿਹੜਾ ਪਾਰਕ ਹੈਗਾ, ਇਹਨੂੰ ਇੱਕ ਵਧੀਆ ਰੂਪ ਦੇਣਾ। ਇਹ ਮੇਨ ਐਂਟਰੈਂਸ ਹੈਗੀ ਹੈ, ਕਿਤੋਂ ਵੀ ਨਹੀਂ ਦਿਸਦਾ, ਕਿਤੇ ਕੋਈ ਬੋਰਡ ਨਹੀਂ ਲੱਗਾ, ਬਿਲਕੁਲ ਗੰਦਗੀ ਅਤੇ ਸਾਰਾ ਕੁਝ ਜਿਹੜਾ ਹੈਗਾ ਆ ਇਹ ਮੈਂ ਤੁਸੀਂ ਆਪ ਸੋਚ ਸਕਦੇ ਹੋ। ਤੁਸੀਂ ਆਪਣੇ ਕਮੈਂਟ ਦੇ ਰਾਹੀਂ ਇਹਦੇ 'ਚ ਆਪਣੀ ਰਾਏ ਦੇਣੀ ਹੈ ਕਿ ਪਾਰਕ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸਾਨੂੰ ਲੱਗਦਾ ਕਿ ਦੂਰੋਂ ਹੀ ਦਿਸਣਾ ਚਾਹੀਦਾ ਕਿ ਇਹ ਉਸ ਮਹਾਨ ਸਪੂਤ ਦੇ ਨਾਮ ਤੋਂ ਪਾਰਕ ਹੈਗਾ ਜਿਹਨੇ ਮੁਲਕ ਦੀ ਆਜ਼ਾਦੀ ਦੇ ਲਈ ਆਪਣੀ ਜਾਨ ਵਾਰੀ, ਕਿਸੇ ਧਰਮ ਦੇ ਲਈ ਨਹੀਂ, ਸਾਰੇ ਦੇਸ਼ ਦੀ, ਜਿਹਦੇ ਕਰਕੇ ਆਪਾਂ ਆਜ਼ਾਦੀ ਦਾ ਨਿੱਘ ਮਾਣਦੇ ਹਾਂ। ਸੋ ਸਾਡੀ ਇਸ ਮੁਹਿੰਮ ਦੇ ਵਿੱਚ ਤੁਹਾਡੀ ਸਪੋਰਟ ਸਾਨੂੰ ਚਾਹੀਦੀ ਹੈ। ਜੇ ਤੁਸੀਂ ਆਪਣਾ ਹੁੰਗਾਰਾ ਦਿਓਗੇ, ਆਪਣੇ ਕਮੈਂਟ ਕਰੋਗੇ ਤੇ ਸ਼ੇਅਰ ਕਰੋਗੇ, ਆਪਣੀ ਰਾਏ ਦਿਓਗੇ, ਤੇ ਸਾਨੂੰ ਲੱਗਦਾ ਕਿ ਬਹੁਤ ਸਾਨੂੰ ਬਲ ਮਿਲੇਗਾ ਇਸ ਪਾਰਕ ਨੂੰ ਇੱਕ ਅਮਲੀ ਜਾਮਾ, ਇੱਕ ਵਧੀਆ ਰੂਪ ਦੇਣ ਦੇ ਲਈ। ਜਿਹੜੀ ਸਾਡੀ ਕੋਸ਼ਿਸ਼ ਹੈ, ਸਾਡੀ ਮੁਹਿੰਮ ਹੈ, ਉਹ ਤੁਹਾਡੀ ਸਪੋਰਟ ਤੋਂ ਬਗੈਰ ਉਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋ ਜੁੜੇ ਰਹੋ ਸਾਡੇ ਨਾਲ। ਅਸੀਂ ਇੱਥੇ ਦੇ ਦੁਕਾਨਦਾਰਾਂ ਦੇ ਨਾਲ ਅਤੇ ਵਸਨੀਕਾਂ ਨਾਲ ਗੱਲ ਕਰਦੇ ਹਾਂ ਕਿ ਆਖਿਰ ਕਾਰਨ ਕੀ ਹੈ, ਕਿਉਂ ਇਸ ਪਾਰਕ ਦੀ ਅਪੇक्षा ਕੀਤੀ ਜਾ ਰਹੀ ਹੈ। ਸੋ ਜੁੜੇ ਰਹੋ ਸਾਡੇ ਨਾਲ। ਧੰਨਵਾਦ ਤੁਹਾਡਾ।